ਹੈਲੋ ਸਟੂਡੈਂਟਸ, ਵੈਲਕਮ ਟੂ 11 ਇੰਸਟੀਚਿਊਟ ਅੰਮ੍ਰਿਤਸਰ। ਸੋ ਪਹਿਲੇ 10 ਸੈਟਸ ਆਪਾਂ ਪੰਜਾਬ ਪੁਲਿਸ ਕਾਂਸਟੇਬਲ ਦੇ ਆਲਰੇਡੀ YouTube ਤੇ ਅਪਲੋਡ ਕਰਤੇ ਆ। ਠੀਕ ਹੈ, ਸੋ 11 ਸੈਟ ਕਰ ਰਹੇ ਆ। ਸੋ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਸਾਰੇ ਸੈਟਸ ਹੈ। 25 ਦਾ ਐਗਜ਼ਾਮ ਆਲਰੇਡੀ ਸਟਾਰਟ ਹੋ ਗਿਆ 4 ਤਰੀਕ ਤੋਂ। ਸੋ ਜਿਹੜੇ ਵੀ ਕੁਐਸਚਨਸ ਆਪਾਂ ਸੈੱਟ ਤੇ ਕਰਾਂਗੇ, ਇਹਦੀ ਜੋ PDF ਹੈ ਉਹ ਟੈਲੀਗ੍ਰਾਮ ਚੈਨਲ ਤੇ ਮੈਂ ਅਪਲੋਡ ਕਰ ਦੂੰਗਾ। ਸੋ ਟੈਲੀਗ੍ਰਾਮ ਚੈਨਲ ਦਾ ਜੋ ਲਿੰਕ ਹੈ ਉਹ ਡਿਸਕ੍ਰਿਪਸ਼ਨ ਬਾਕਸ ਤੁਸੀਂ ਦੇਖ ਸਕਦੇ ਹੋ। ਠੀਕ ਹੈ, ਸੋ ਸਟਾਰਟ ਕਰਦੇ ਹਾਂ। ਅਗਰ ਤੁਸੀਂ ਪਹਿਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹ ਵੀ ਦੇਖ ਲਓ। ਤੁਹਾਡੇ ਜੋ ਪੇਪਰ ਦੇ ਵਿੱਚ ਜਿਨ੍ਹਾਂ ਦਾ ਪੇਪਰ ਨਹੀਂ ਹੋਇਆ, ਜਿਨ੍ਹਾਂ ਦੇ ਪੇਪਰ ਨੂੰ ਹਜੇ 1 ਮੰਥ ਪਿਆ ਵਾ, ਉਹਨਾਂ ਲਈ ਆਈਡੀਆ ਹੋ ਜਾਊਗਾ ਉਹਨਾਂ ਨੂੰ ਕਿੱਦਾਂ ਦੇ ਕੁਐਸਚਨਸ ਜੋ ਹੈ ਪੁੱਛੇ ਜਾ ਰਹੇ ਆ। ਠੀਕ ਹੈ ਜੀ, ਚਲੋ ਫਸਟ ਕੁਐਸਚਨ ਦੇਖਦੇ ਹਾਂ ਅਸੀਂ। ਫਸਟ ਕੁਐਸਚਨ ਹੈ ਸਾਡੇ ਕੋਲ ਕਿ ਹਾਊ ਮਚ ਇਜ਼ 60% ਆਫ 65 ਗ੍ਰੇਟਰ ਦੈਨ, ਕਿ 60% ਨਿਕਾਲੀਏ 65 ਦਾ, ਕਿੰਨਾ ਜ਼ਿਆਦਾ ਹੈ 3/5 ਆਫ 25। ਹੁਣ ਦੇਖੋ 3/5 ਆਫ 25 ਦੀ ਅਗਰ ਮੈਂ ਗੱਲ ਕਰਾਂ ਤਾਂ 5 ਨਾਲ ਕੱਟ ਹੋ ਜਾਊਗਾ, 5 3 15। ਅਸੀਂ ਦੱਸਣਾ ਵਾ ਕਿ ਜਿਹੜਾ ਇਹ ਨੰਬਰ ਹੈ 60% ਆਫ 65, ਇਹ 15 ਤੋਂ ਕਿੰਨਾ ਜ਼ਿਆਦਾ ਵਾ। ਦੇਖੋ 65 ਦਾ 10% ਕਿੰਨਾ ਹੁੰਦਾ ਵਾ, 65 ਦਾ 10% ਹੁੰਦਾ ਵਾ 6.5। ਇਹਦਾ 6 ਗੁਣਾ ਕੱਢਣਾ ਵਾ। ਇਹ 10% ਦੀ ਵੈਲਿਊ ਹੈ, ਮੈਨੂੰ 60 ਚਾਹੀਦੀ ਹੈ, 6 ਗੁਣਾ। ਸੋ 65 ਦਾ 30, 6 ਦਾ 36, ਇੱਥੇ ਕਿੰਨਾ ਆ ਗਿਆ 390। ਸੋ ਬੇਸਿਕਲੀ ਇੱਕ ਪੁਆਇੰਟ ਇੱਥੇ ਸੀਗਾ, ਇੱਥੇ ਮੈਂ ਪੁਆਇੰਟ ਲਗਾਤਾ। ਇਹਦਾ ਮਤਲਬ ਇਹਦੀ ਵੈਲਿਊ ਜਿਹੜੀ ਹੈ ਉਹ 39 ਹੈ। ਅਸੀਂ ਦੱਸਣਾ ਵਾ 39 15 ਤੋਂ ਕਿੰਨਾ ਜ਼ਿਆਦਾ ਹੈ। ਇਹ ਜ਼ਿਆਦਾ ਹੈ 24 ਜ਼ਿਆਦਾ ਹੈ। ਸੋ ਸਾਡਾ ਆਨਸਰ ਕਿੰਨਾ ਹੋਊਗਾ 24। ਠੀਕ ਹੈ ਜੀ, ਈਜ਼ੀ ਕੁਐਸਚਨ ਹੈ ਸਿੰਪਲੀਫਿਕੇਸ਼ਨ ਦਾ। ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਐਵਰੇजेस ਦਾ। ਕਹਿੰਦਾ ਇੱਕ ਬੈਟਸਮੈਨ ਹੈ, ਉਹਨੇ ਆਪਣੀ 11th ਇਨਿੰਗਸ ਦੇ ਵਿੱਚ 87 ਸਕੋਰ ਕਰਕੇ ਆਪਣੀ ਜੋ ਪਿਛਲੀ ਇਨਿੰਗ ਸੀ 10 ਮੈਚਾਂ ਦੀ, ਜਾਂ ਟੋਟਲ ਕਵਾਂਗੇ 11 ਮੈਚਾਂ ਦੀ ਐਵਰੇਜ ਜਿਹੜੀ ਆ ਉਹ 1 ਤੋਂ ਇਨਕਰੀਜ਼ ਕਰ ਲਈ। ਅਸੀਂ ਦੱਸਣਾ ਵਾ ਐਵਰੇਜ 11 ਇਨਿੰਗਸ ਤੋਂ ਬਾਅਦ ਕਿੰਨੀ ਹੋ ਗਈ। ਠੀਕ ਹੈ, ਸੋ ਮੈਂ ਇਦਾਂ ਕਹਿ ਸਕਦਾ ਵਾ ਜਿਹੜੀਆਂ 10 ਇਨਿੰਗਸ ਸੀਗੀਆਂ, ਇਹਨੂੰ ਕਰਨ ਦੇ ਅਗੇਨ ਬੜੇ ਸਾਰੇ ਤਰੀਕੇ ਹੈ। ਸੋ ਇੱਕ ਤਰੀਕਾ ਜਿਹੜਾ ਦੇਖ ਕੇ ਆਪਾਂ ਕਰ ਸਕਦੇ ਹਾਂ ਕੁਐਸਚਨ ਨੂੰ, ਖਾਸ ਕਰ ਜਦੋਂ ਇੱਕ ਇਨਿੰਗ, ਇੱਕ ਬੱਚਾ, ਇੱਕ ਟੀਚਰ ਐਡ ਹੋ ਰਹੇ ਹੋਣ ਤਾਂ ਕੁਐਸਚਨ ਦੇਖ ਕੇ ਹੋ ਜਾਂਦਾ ਵਾ। ਮੈਂ ਮੰਨ ਲੈਣਾ ਵਾ ਕਿ ਜਿਹੜੀ 10 ਇਨਿੰਗਸ ਦੀ ਐਵਰੇਜ ਸੀਗੀ ਉਹ x ਸੀਗੀ। ਹੁਣ ਕੀ ਹੋਇਆ ਕਿ 11ਵੀਂ ਇਨਿੰਗਸ ਦੇ ਵਿੱਚ, ਇੱਕ ਇਨਿੰਗਸ ਦੇ ਵਿੱਚ ਉਹਨੇ ਕਿੰਨੇ ਸਕੋਰ ਬਣਾਏ ਅਸੀਂ ਦੱਸਣੇ ਆ, ਤਾਂ ਜੋ ਟੋਟਲ 11th ਇਨਿੰਗਸ ਤੱਕ ਉਹਦੀ ਜਿਹੜੀ ਐਵਰੇਜ ਹੈ ਉਹ ਕਿੰਨੀ ਹੋ ਗਈ x+1। ਦੇਖੋ ਇਹ ਕਨਸੈਪਟ ਆਪਾਂ ਦੱਸੀਦਾ ਵਾ ਕਿ ਅਗਰ ਐਵਰੇਜ 1 ਤੋਂ ਵਧੀ ਹੈ ਨਾ, ਇਹਦਾ ਮਤਲਬ ਜਿੰਨੇ ਵੀ ਮੈਚ ਖੇਲੇ ਸੀਗੇ ਸਾਰਿਆਂ ਦੇ ਵਿੱਚ ਇੱਕ ਰਨ ਜਿਹੜਾ ਵਾ ਜ਼ਿਆਦਾ ਹੋ ਗਿਆ। ਜਿੱਦਾਂ ਕਿ ਮੰਨ ਲਓ, ਇੱਕ ਥੋੜਾ ਐਗਜ਼ਾਮਪਲ ਲੈ ਕੇ ਸਮਝਾਉਣਾ ਕਿ ਤੁਹਾਡੇ ਮੰਨ ਲਓ 60% ਮਾਰਕਸ ਹੈ 5 ਸਬਜੈਕਟਸ ਦੇ ਵਿੱਚ। ਠੀਕ ਹੈ, ਇਹ ਐਵਰੇਜ ਜਿਹੜੇ ਮਾਰਕਸ ਹੁੰਦੇ ਪਰਸੈਂਟੇਜ ਐਵਰੇਜ ਹੀ ਹੁੰਦੀ ਹੈ। ਸੋ ਇਹਦਾ ਮਤਲਬ ਹੁੰਦਾ ਵਾ 60 60 60 60 ਤੇ 60। 5 ਸਬਜੈਕਟਾਂ 'ਚ ਜੇ ਮਾਰਕਸ, ਤੇਰੀ ਪਰਸੈਂਟੇਜ ਵੀ ਕਿੰਨੀ ਹੈ 60% ਹੈ। ਠੀਕ ਹੈ ਜੀ, ਹੁਣ ਅਗਰ ਸਾਰਿਆਂ ਦੇ ਵਿੱਚ ਇੱਕ ਇੱਕ ਨੰਬਰ ਵੱਧ ਜਾਏ ਤਾਂ ਕਿੰਨੇ ਹੋ ਜਾਓਗੇ 61, ਤੁਹਾਡੀ ਪਰਸੈਂਟੇਜ ਵੀ 61 ਹੋ ਜਾਊਗੀ। ਸੋ ਇਹਦਾ ਮਤਲਬ ਕੀ ਹੋਇਆ ਕਿ ਅਗਰ 1% ਇਨਕਰੀਜ਼ ਹੁੰਦੀ ਹੈ ਜਾਂ ਇੱਕ ਨੰਬਰ ਐਵਰੇਜ ਇਨਕਰੀਜ਼ ਹੁੰਦੀ ਹੈ ਤਾਂ ਸਾਰੀਆਂ ਆਬਜ਼ਰਵੇਸ਼ਨ ਇੱਕ ਇੱਕ ਤੋਂ ਇਨਕਰੀਜ਼ ਹੋ ਜਾਂਦੀਆਂ। ਠੀਕ ਹੈ, ਸੋ ਅਸੀਂ ਮੰਨ ਲੈਂਦੇ ਹਾਂ ਕਿ 11th ਇਨਿੰਗਸ ਦੇ ਵਿੱਚ, ਅਸੀਂ ਮੰਨ ਲੈਂਦੇ ਹਾਂ ਕਿ 11th ਇਨਿੰਗਸ ਦੇ ਵਿੱਚ ਇਹਨੇ ਘੱਟੋ ਘੱਟ ਕਿੰਨੇ ਸਕੋਰ ਕੀਤੇ। ਮੈਂ ਮੰਨ ਲੈਣਾ ਇਹਨੇ x ਸਕੋਰ ਕੀਤੇ। ਕਹਿਣ ਦਾ ਮਤਲਬ ਹੈ x ਕਿਉਂ ਲੈ ਰਹੇ ਹਾਂ ਅਸੀਂ, ਜਿੱਦਾਂ ਕਿ ਮੰਨ ਲਓ ਤੁਹਾਡੇ 60 ਨੰਬਰ ਆਏ ਸਾਰਿਆਂ 'ਚ, ਇੱਕ ਸਬਜੈਕਟ ਜਿਹੜਾ ਵਾ ਉਹ ਕੈਲਕੂਲੇਟ ਕਰਨਾ ਰਹਿ ਗਿਆ ਸੀਗਾ, ਤੇ ਮੰਨ ਲਓ 6ਵੇਂ ਸਬਜੈਕਟ ਦੇ ਵਿੱਚ ਵੀ ਤੁਹਾਡੇ 60 ਨੰਬਰ ਹੀ ਆਏ ਤਾਂ ਤੁਹਾਡੀ ਪਰਸੈਂਟੇਜ ਤਾਂ 60 ਹੀ ਰਹੂਗੀ। ਠੀਕ ਹੈ, ਸੋ ਮੈਂ ਕੀ ਮੰਨ ਲੈਣਾ ਕਿ ਇਹਨੇ ਅਗਲੀ ਇਨਿੰਗਸ ਦੇ ਵਿੱਚ ਨਾ x ਸਕੋਰ ਕੀਤਾ, x ਸਕੋਰ ਬਣਾਏ, ਜਿੰਨੇ ਪਹਿਲੇ ਦੀ ਐਵਰੇਜ ਆ ਉਨੇ ਹੀ ਰਨ ਬਣਾਏ ਤਾਂ ਐਵਰੇਜ ਮੇਨਟੇਨ ਹੋ ਜਾਊਗੀ। ਇਹਦਾ ਮਤਲਬ 11 ਇਨਿੰਗਸ ਦੀ ਐਵਰੇਜ ਜਿਹੜੀ ਹੈ ਉਹ x ਹੋ ਜਾਊਗੀ, ਅਗਰ ਮੈਂ ਮੰਨ ਲਵਾਂ ਕਿ ਇਹਨੇ x ਸਕੋਰ ਹੀ ਬਣਾਏ ਆ। ਹੁਣ ਐਕਚੁਅਲ 'ਚ ਕੀ ਹੈ, x ਨਹੀਂ ਹੋਈ, ਐਕਚੁਅਲ 'ਚ ਕੀ ਹੋਇਆ, ਇੱਕ ਵੱਧ ਗਈ। ਇੱਕ ਵਧਣ ਦਾ ਮਤਲਬ ਕੀ ਹੈ ਕਿ ਜਿਹੜੇ 11 ਦੇ 11 ਇਨਿੰਗਸ ਆ ਉਹ ਸਾਰਿਆਂ ਦੇ ਵਿੱਚ ਇੱਕ ਇੱਕ ਸਕੋਰ ਵਧਣਾ ਚਾਹੀਦਾ ਵਾ। ਇਹਦਾ ਮਤਲਬ 11 ਸਕੋਰ ਹੋਰ ਹੋਣੇ ਚਾਹੀਦੇ ਆ। ਜਿਹੜਾ 11ਵਾਂ ਇਨਿੰਗ ਹੈ ਉਹਦੇ ਵਿੱਚ ਉਹਨੇ ਕਿੰਨੇ ਸਕੋਰ ਬਣਾਏ, ਜਿੰਨੇ ਪਹਿਲੇ ਦੀ ਐਵਰੇਜ ਹੈ +11 ਮੈਂ ਕਿਉਂ ਕਰ ਰਿਹਾ, ਕਿਉਂਕਿ ਸਾਰਿਆਂ ਦੀ ਇਨਿੰਗਸ ਦੇ ਇੱਕ ਇੱਕ ਸਕੋਰ ਵੱਧ ਗਿਆ, ਐਵਰੇਜ ਇੱਕ ਤੋਂ ਵੱਧ ਗਈ। ਇਹਦਾ ਮਤਲਬ ਕਿ ਉਹਨੇ ਟੋਟਲ ਇੰਨੇ ਸਕੋਰ ਬਣਾਏ x+11, ਜੋ ਕਿ ਕਿਹਦੇ ਬਰਾਬਰ ਹੈ, ਉਹ ਕਹਿ ਰਿਹਾ ਕਿ 87 ਸਕੋਰ ਕੀਤਾ ਉਹਨੇ। ਕਿੰਨਾ ਕੀਤਾ 87 ਸਕੋਰ। ਸੋ ਸਾਡੇ ਕੋਲ x ਦੀ ਵੈਲਿਊ ਕਿੰਨੀ ਆ ਜਾਊਗੀ 76। x ਦੀ ਵੈਲਿਊ ਮਤਲਬ ਕੀ ਹੈ, ਸਾਡੇ ਕੋਲ ਪਹਿਲਾਂ ਐਵਰੇਜ ਆ ਗਈ 76 ਹੈ। ਉਹ ਕਹਿੰਦਾ ਪਿਆ ਕਿ 11 ਇਨਿੰਗਸ ਤੋਂ ਬਾਅਦ ਕਿੰਨੀ ਐਵਰੇਜ ਹੋ ਗਈ। ਸੋ ਐਵਰੇਜ 11 ਇਨਿੰਗਸ ਹੋਈ ਕਿੰਨੀ ਸੀ, 1 ਐਡ ਹੋ ਗਈ ਸੀਗੀ। ਸੋ 76 ਦੇ ਵਿੱਚ ਅਗਰ ਮੈਂ 1 ਐਡ ਕਰੂੰਗਾ ਤਾਂ ਆਨਸਰ ਕੀ ਆਊਗਾ 77। ਠੀਕ ਹੈ ਜੀ, ਲੱਗੀ ਗੱਲ ਸਮਝ। ਤੋਂ ਸਾਡਾ ਆਨਸਰ ਇੱਥੇ ਹੋਊਗਾ 77। ਇਹ ਇੱਕ ਤਰੀਕਾ ਵਾ। ਦੂਸਰਾ ਤਰੀਕਾ ਮੈਂ ਐਲੀਗੇਸ਼ਨ ਨਾਲ ਦੱਸ ਦਿੰਦਾ ਵਾਂ। ਐਲੀਗੇਸ਼ਨ 'ਚ ਆਪਾਂ ਦੇਖਣਾ ਹੁੰਦਾ ਕਿ ਟੋਟਲ ਕਿੰਨੀਆਂ ਇਨਿੰਗਸ ਹੈ 11, ਜ਼ਿਆਦਾ ਤੋਂ ਜ਼ਿਆਦਾ ਕੁਐਸਚਨ 'ਚ ਕਿੰਨੀਆਂ ਇਨਿੰਗਸ ਨਜ਼ਰ ਆ ਰਹੀਆਂ ਵਾ 11, ਨੰਬਰ ਆਫ ਆਬਜ਼ਰਵੇਸ਼ਨ 11 ਨਜ਼ਰ ਆ ਰਹੀਆਂ। ਇਹਨੂੰ ਦੋ ਹਿੱਸਿਆਂ 'ਚ ਤੋੜਾਂਗੇ, ਉਹ ਜਿਹੜੇ ਦੋ ਹਿੱਸੇ ਉਹ ਵੀ ਦੱਸੇ ਹੋਏ ਆ, 10th ਇਨਿੰਗ ਤੇ 1 ਇਨਿੰਗ। ਠੀਕ ਹੈ, ਐਲੀਗੇਸ਼ਨ ਵਾਲਾ ਕਨਸੈਪਟ ਕਰ ਰਹੇ ਹਾਂ। 10 ਇਨਿੰਗਸ ਉਹਦੀ ਐਵਰੇਜ ਕਿੰਨੀ ਸੀ x, ਮੈਨੂੰ ਪਤਾ ਨਹੀਂ ਹੈ ਕਿੰਨੀ ਸੀਗੀ। ਉਹ ਕਹਿ ਰਿਹਾ ਕਿ ਅਗਲੇ ਇੱਕ ਮੈਚ ਦੇ ਵਿੱਚ ਉਹਨੇ ਕਿੰਨੇ ਸਕੋਰ ਬਣਾਏ 87। ਦੇਖੋ ਮੈਂ ਨਾ ਇੱਥੇ ਵੀ ਐਵਰੇਜ ਲਿਖਦਾ ਵਾਂ, ਇੱਥੇ ਵੀ ਐਵਰੇਜ, ਇੱਥੇ ਕੰਬਾਈਨਡ ਐਵਰੇਜ।
ਹੁਣ ਇੱਕ ਇਨਿੰਗਸ ਜਿੰਨੇ ਸਕੋਰ ਕੀਤੇ ਹੋਣਗੇ ਉਹੀ ਉਹਦੀ ਐਵਰੇਜ ਹੈ। ਕੋਈ ਨਵਾਂ ਪਲੇਅਰ ਹੈ, ਡੈਬਿਊ ਕੀਤਾ, ਉਹਨੇ ਇੱਕ ਇਨਿੰਗਸ ਦੇ ਵਿੱਚ 87 ਰਨ ਬਣਾਏ, ਤਾਂ ਉਹਦੀ ਐਵਰੇਜ ਵੀ ਇੱਕ ਮੈਚ ਦੀ 87 ਹੋਊਗੀ। ਸੋ ਇੱਕ ਬੰਦੇ ਦੀ ਐਵਰੇਜ ਕਿੰਨੀ, 87। ਇਹਦੇ ਨਾਲ ਕੀ ਹੋਇਆ, ਇਹਨਾਂ ਦੀ ਕੰਬਾਈਨਡ ਐਵਰੇਜ ਹੈ ਜਿਹੜੀ ਉਹ ਕੀ ਹੋ ਗਿਆ, ਇੱਕ ਤੋਂ ਵੱਧ ਗਈ। ਕਿੰਨੀ ਵੱਧ ਗਈ, ਇੱਕ ਤੋਂ ਵੱਧ ਗਈ। ਸੋ ਅਸੀਂ ਹੁਣ ਇਹਨੂੰ ਸੋਲਵ ਕਰਾਂਗੇ ਐਲੀਗੇਸ਼ਨ ਨਾਲ, ਇਹਨੂੰ ਇਹਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਆਹ ਵੈਲਿਊ ਆਊਗੀ 87 ਦੇ ਵਿੱਚੋਂ ਅਗਰ ਮੈਂ ਮਾਈਨਸ ਕਰੂੰਗਾ x+1 ਹੋ ਜਾਊਗਾ x-1, ਇਹਦੀ ਵੈਲਿਊ ਆ ਜਾਊਗੀ 10। ਤੇ ਹੁਣ ਇਹਨੂੰ ਇਹਦੇ ਚੋਂ ਮਾਈਨਸ ਕਰਾਂਗੇ ਤਾਂ ਆ ਚੀਜ਼ ਆਊਗੀ x+1 - x। ਸੋ x ਨੇ x ਕੱਟ ਗਿਆ, ਬਚਿਆ ਕਿੰਨਾ, 1। ਸੋ ਸਾਡੇ ਕੋਲ ਵੈਲਿਊ ਆਉਂਦੀ ਹੈ 87। ਠੀਕ ਹੈ, ਇਹ -1 ਨੂੰ ਇੱਥੇ ਹੀ ਰਹਿਣ ਦਿਓ, ਇਹ 10 ਵੀ ਇੱਥੇ ਆ ਕੇ -10 ਹੋ ਜਾਊਗਾ, ਸਾਡੇ ਕੋਲ ਇੱਥੇ ਵੈਲਿਊ ਆ ਜਾਊਗੀ x ਦੀ। ਸੋ 87 ਚੋਂ 11 ਗਏ ਤਾਂ ਕਿੰਨੇ ਹੁੰਦੇ ਆ, 76। ਸੋ x ਦੀ ਵੈਲਿਊ 76 ਹੈ। ਮੈਨੂੰ ਉਹਨੇ ਵੈਲਿਊ ਪੁੱਛੀ 11th ਇਨਿੰਗ ਤੋਂ ਬਾਅਦ, ਜੋ ਕਿ x+1 ਹੈ, ਇਹਦੇ ਵਿੱਚ 1 ਐਡ ਕਰਾਂਗੇ ਤਾਂ ਕਿੰਨਾ ਆ ਜਾਊਗਾ, 77। ਠੀਕ ਹੈ ਜੀ, ਲੱਗੀ ਗੱਲ ਸਮਝ। ਈਜ਼ੀ ਕੁਐਸਚਨ ਹੈ, ਹਾਲਾਂਕਿ ਸਕਰੀਨ ਤੇ ਦੇਖ ਕੇ ਹੋ ਜਾਂਦਾ, ਅਗਰ ਤੁਹਾਨੂੰ ਕਨਸੈਪਟ ਆਉਂਦਾ ਵਾ ਤਾਂ। ਅਸੀਂ ਕੀ ਕਹਿੰਦੇ ਹੁੰਦੇ ਆ ਕਿ ਮਿਨੀਮਮ ਐਵਰੇਜ ਅਗਰ ਉਹਨੇ x ਮੰਨ ਲਈਏ ਕਿ x ਹੈ, ਤਾਂ ਉਹਨੇ x ਸਕੋਰ ਬਣਾਏ ਆ, ਪਲੱਸ ਕਿੰਨੀ ਐਵਰੇਜ ਇਨਕਰੀਜ਼ ਕੀਤੀ ਹੈ, ਇੱਕ ਦੀ ਐਵਰੇਜ ਇਨਕਰੀਜ਼ ਕੀਤੀ ਹੈ। 11 ਇਨਿੰਗਸ ਲਈ ਇਹਦੇ 11 ਸਕੋਰ, ਇਹ ਬਰਾਬਰ ਹੈ ਟੋਟਲ ਜੋ ਉਹਨੇ ਕਿਹਾ 87 ਦੇ। ਇਹ ਚੋਂ x ਦੀ ਵੈਲਿਊ ਨਿਕਾਲੋ, +1 ਕਰ ਲਓ। ਨੈਕਸਟ ਕੁਐਸਚਨ ਦੇਖਦੇ ਹਾਂ ਕਿ ਵਰੁਣ ਸੋਲਡ ਟੂ ਮਿਊਜ਼ਿਕ ਸਿਸਟਮ ਈਚ ਆਫ 900 ਰੁਪੀਜ਼। ਕਹਿੰਦਾ ਇੱਕ ਤੇ ਉਹਨੇ ਦੇਖੋ ਦੋ ਉਹਨੇ ਮਿਊਜ਼ਿਕ ਸਿਸਟਮ ਸੇਲ ਕੀਤੇ ਆ 900 ਰੁਪਏ ਦੇ, ਦੋਨੋਂ 900 ਰੁਪਏ ਦੇ ਆ ਈਚ। ਠੀਕ ਹੈ, ਈਚ ਆਫ 900। ਇੱਕ ਤੇ ਉਹਨੂੰ ਮੰਨ ਲਓ ਪ੍ਰੋਫਿਟ ਹੋ ਗਿਆ 26% ਦਾ। ਮੈਂ ਤਾਂ ਲਿਖ ਸਕਦਾ ਕਿ 100 ਵਾਲੀ ਚੀਜ਼ ਨੂੰ ਉਹਨੇ ਕਿੰਨੇ ਦਾ ਵੇਚਤਾ, 126 ਦਾ। ਅਗਲੇ ਕੇਸ 'ਚ ਕੀ ਹੋਇਆ, ਦੂਸਰੇ ਵਾਲੇ 'ਚ ਦੋ ਸਿਸਟਮ ਵੇਚੇ, ਇੱਕ 'ਚ ਲਾਸ ਹੋਇਆ। ਲਾਸ ਦਾ ਮਤਲਬ ਮੈਂ ਲਿਖ ਸਕਦਾ 100 ਵਾਲੀ ਚੀਜ਼ ਜਿਹੜੀ ਹੈ ਉਹ ਕਿੰਨੇ ਦੀ ਵਿਕ ਗਈ, 70 ਰੁਪਏ ਦੀ। ਠੀਕ ਹੈ ਜੀ, ਇੱਕ ਚੀਜ਼ 26% ਦੇ ਪ੍ਰੋਫਿਟ ਤੇ, ਇੱਕ 70% ਲਾਸ ਤੇ। ਹੁਣ ਇਹਦੇ ਵਿੱਚ ਮੈਂ ਕੀ ਕੀਤਾ, ਕਾਸਟ ਪ੍ਰਾਈਸ ਉਹਨਾਂ ਦਾ ਸੇਮ ਲਿਖਿਆ ਵਾ, ਉਹਦੇ ਵਿੱਚ ਉਹਨੇ ਕਿਹਾ ਕਿ ਸੈਲਿੰਗ ਪ੍ਰਾਈਸ ਸੇਮ ਹੈ। ਹੁਣ ਮੈਂ ਕੀ ਕਰਦਾ, ਇਹਨਾਂ ਨੂੰ ਸਭ ਤੋਂ ਛੋਟੀ ਫਾਰਮ 'ਚ ਲਿਖਦਾ। ਦੇਖੋ ਇਹਨੂੰ ਮੈਂ ਕੱਟ ਕਰਕੇ ਇੱਥੇ ਲਿਖ ਸਕਦਾ ਵਾਂ ਕਿ 10 ਰੁਪਏ ਵਾਲੀ ਚੀਜ਼ ਨੂੰ ਅਗਰ ਮੈਂ 7 ਦੀ ਵੇਚੂੰਗਾ ਤਾਂ ਵੀ 30% ਦਾ ਲਾਸ ਹੈ। ਇਹਨੂੰ ਅਸੀਂ ਲਿਖ ਸਕਦੇ ਹਾਂ ਇੱਥੇ 50, ਇੱਥੇ ਲਿਖ ਦਿੰਦੇ ਹਾਂ 63। ਸੋ ਇੱਕ ਚੀਜ਼ ਨੂੰ ਅਗਰ ਮੈਂ 50 ਰੁਪਈਜ਼ ਦੀ ਖਰੀਦ ਕੇ 63 ਦੀ ਵੇਚੂੰਗਾ ਤਾਂ ਵੀ ਸਾਡੇ ਕੋਲ ਕੀ ਹੋਊਗਾ, 26% ਦਾ ਪ੍ਰੋਫਿਟ ਹੋਊਗਾ। ਠੀਕ ਹੈ, ਹੁਣ ਬੇਸਿਕਲੀ ਕੀ ਹੈ, ਇਹ ਪ੍ਰਾਈਸ ਸੈਲਿੰਗ ਪ੍ਰਾਈਸ ਸੇਮ ਹੈ, ਇੱਥੇ ਹੈਗਾ ਸੈਲਿੰਗ ਪ੍ਰਾਈਸ, ਇਹ ਕਾਸਟ ਪ੍ਰਾਈਸ। ਸੋ ਸੈਲਿੰਗ ਪ੍ਰਾਈਸ ਸੇਮ ਕਰਨ ਲਈ ਮੈਨੂੰ ਕੀ ਕਰਨਾ ਪਊਗਾ, ਇਹਨਾਂ ਦੋਨਾਂ ਦਾ ਐਲਸੀਐਮ। 63 ਤੇ 7 ਦਾ ਐਲਸੀਐਮ 63 ਹੀ ਹੁੰਦਾ ਵਾ, ਕਿਉਂਕਿ 7 ਦਾ ਮਲਟੀਪਲ ਹੈ। 7 ਦਾ ਕਿਹੜਾ ਮਲਟੀਪਲ ਹੈ, 9। ਸੋ ਇਹਨੂੰ 63 ਕਰਨ ਲਈ ਮੈਂ 9 ਨਾਲ ਮਲਟੀਪਲਾਈ ਕਰੂੰਗਾ, ਇੱਥੇ ਮੈਂ 9 ਨਾਲ ਮਲਟੀਪਲਾਈ ਕਰੂੰਗਾ। ਇਹ ਕਿੰਨਾ ਹੋ ਗਿਆ, 90। 90 ਤੇ 50 ਕਿੰਨੇ ਹੁੰਦੇ, 140। ਸੋ ਮੇਰਾ ਕਾਸਟ ਪ੍ਰਾਈਸ ਕਿੰਨਾ ਵਾ, 140। ਹੁਣ ਇੱਥੇ ਦੇਖੋ ਸੈਲਿੰਗ ਪ੍ਰਾਈਸ ਸੇਮ ਹੋ ਗਿਆ ਨਾ, 63 ਤੇ 63 ਕਿੰਨਾ ਆ ਗਿਆ, 126। ਹੁਣ ਦੇਖੋ ਇਹਨੂੰ ਅਸੀਂ ਕੰਪੇਅਰ ਕਰਾਂਗੇ ਐਕਚੁਅਲ ਵੈਲਿਊਜ਼ ਦੇ ਨਾਲ। ਮੇਰੇ ਕੋਲ ਟੋਟਲ ਸੈਲਿੰਗ ਪ੍ਰਾਈਸ ਕਿੰਨਾ ਆ ਗਿਆ, 126। ਟੋਟਲ ਸੈਲਿੰਗ ਪ੍ਰਾਈਸ ਇੱਥੇ ਕਿੰਨਾ ਵਾ, 900 ਤੇ 900 1800। ਸੋ 126 ਦੀ ਵੈਲਿਊ ਜਿਹੜੀ ਹੈ ਉਹ 1800 ਹੈ। ਉਹਨੇ ਮੈਨੂੰ ਪੁੱਛਿਆ ਵਾ ਕਿ ਬੋਥ ਮਿਊਜ਼ਿਕ ਸਿਸਟਮ ਦਾ ਕਾਸਟ ਦੱਸੋ, ਕਾਸਟ ਪ੍ਰਾਈਸ ਕਿੰਨੀ ਹੈ। ਕਾਸਟ ਪ੍ਰਾਈਸ ਕਿੰਨੀ ਹੈ, 140 ਪੁਆਇੰਟਸ ਦੀ ਵੈਲਿਊ। ਇੱਕ ਪੁਆਇੰਟ ਦੀ ਵੈਲਿਊ ਕਿੰਨੀ ਹੋ ਜਾਊਗੀ, 1800 ਬਾਈ 126, ਤੇ ਮੈਨੂੰ ਦੱਸਣਾ ਵਾ 140 ਪੁਆਇੰਟ ਦੀ ਵੈਲਿਊ। ਠੀਕ ਹੈ ਜੀ, ਸੋ ਇਹਨੂੰ ਆਪਾਂ ਸੋਲਵ ਕਰਾਂਗੇ, ਸਾਡਾ ਆਨਸਰ ਆਊਗਾ। ਸੋ ਬੇਸਿਕਲੀ ਅਗਰ ਮੈਂ ਇਹਦੀ ਕਟਿੰਗ ਕਰਾਂ ਤੇ 6 2 8 1 9, 9 ਦੇ ਟੇਬਲ 'ਚ ਕਟਿੰਗ ਹੋਊਗੀ। ਸੋ 9 3 ਇੱਥੇ ਆਊਗਾ 13। ਠੀਕ ਹੈ ਜੀ, ਤੇ ਇੱਥੇ ਆਊਗਾ 9 200 ਆ ਗਿਆ ਸਾਡੇ ਕੋਲ। ਠੀਕ ਹੈ ਜੀ, ਸੋ ਸਾਡੇ ਕੋਲ ਬੇਸਿਕਲੀ 14 ਦਾ ਡਬਲ ਕਿੰਨਾ ਹੋ ਗਿਆ, 28। ਸੋ 28000 ਨੂੰ ਅਸੀਂ ਡਿਵਾਈਡ ਕਰਾਂਗੇ ਕਿਹਦੇ ਨਾਲ, 13 ਦੇ ਨਾਲ। ਸੋ ਸਾਰੇ ਆਪਸ਼ਨ 2 ਵਾਲੇ। ਸੋ ਇਹ ਵਾਲਾ ਆਪਸ਼ਨ ਨਹੀਂ ਹੋਊਗਾ ਤੇ ਇਹ ਵਾਲਾ ਆਪਸ਼ਨ ਨਹੀਂ ਹੋਊਗਾ, ਕਿਉਂਕਿ 13 2s ਆ 26 ਆ ਰਿਹਾ ਵਾ। ਸੋ ਇੱਕ ਵਾਰ ਡਿਵਾਈਡ ਕਰਕੇ ਦੇਖਦੇ ਹਾਂ, ਜਲਦੀ ਸਾਨੂੰ ਪਤਾ ਲੱਗ ਜਾਊਗਾ। ਅੱਛਾ, ਸਾਡਾ ਆਨਸਰ ਸਿੱਧਾ 2150 ਆਊਗਾ, 2000 ਆਨਸਰ ਨਹੀਂ ਆਣਾ। ਕੱਟ ਨਹੀਂ ਨਾ ਹੋ ਰਿਹਾ 2000 ਦੇ ਨਾਲ, ਅਗਰ ਉੱਪਰ 26000 ਲਿਖਿਆ ਹੁੰਦਾ ਤਾਂ 2000 ਆਨਸਰ ਆਣਾ ਸੀ। ਸੋ ਸਾਡਾ ਆਨਸਰ ਕਿੰਨਾ ਵਾ, 2150। ਇੱਥੇ ਹੀ ਕੈਲਕੂਲੇਸ਼ਨ ਜੋ ਹੈ ਖਤਮ ਕਰ ਦਾਂਗੇ। ਠੀਕ ਹੈ ਜੀ, ਸਮਝ ਗਏ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ABC started the business, they partnered for 6 months, 12 months, 14 months respectively। ਹੁਣ ਦੇਖੋ ਇਨਵੈਸਟਮੈਂਟ ਦੀ ਮੈਨੂੰ ਰੇਸ਼ੋ ਉਹਨੇ ਪੁੱਛੀ ਹੈ, ਟਾਈਮ ਦੀ ਇਨਵੈਸਟਮੈਂਟ ਉਹਨੇ ਦੱਸਤੀ ਕਿੰਨੀ ਹੈ, 6 months, 12 months and 14 months। ਠੀਕ ਹੈ ਜੀ, ਸੋ ਇਹ ਹੈਗਾ ਵਾ A, ਇਹ ਹੈਗਾ ਵਾ B, ਇਹ ਹੈਗਾ C। ਤੇ ਉਹ ਕਹਿ ਰਿਹਾ ਕਿ ਪ੍ਰੋਫਿਟ ਦੀ, ਇਹਨਾਂ ਨੂੰ ਮਲਟੀਪਲਾਈ ਕਰਨ ਤੋਂ ਬਾਅਦ ਕੀ ਆਉਂਦਾ, ਪ੍ਰੋਫਿਟ ਦੀ ਜੋ ਰੇਸ਼ੋ ਹੈ ਸਾਡੇ ਕੋਲ ਕਿੰਨੀ ਹੈ, 5:4:7। ਠੀਕ ਹੈ, ਸੋ ਬੇਸਿਕਲੀ ਇੱਥੇ ਆਉਂਗੀ ਰੇਸ਼ੋ ਇਹਨੂੰ ਮਲਟੀਪਲਾਈ ਕਰਨ ਤੋਂ ਬਾਅਦ। ਸੋ ਤੁਸੀਂ ਦੱਸੋ ਕਿ ਮੈਂ ਇੱਥੇ 6 ਨੂੰ ਕਿੰਨਾ ਮਲਟੀਪਲਾਈ ਕਰਾਂ ਕਿ ਸਾਡੇ ਕੋਲ 5 ਆ ਜਾਏ। 6 ਨੂੰ ਮੈਂ ਕਿਹਦੇ ਨਾਲ ਮਲਟੀਪਲਾਈ ਕਰਾਂ ਕਿ ਸਾਡੇ ਕੋਲ 5 ਆ ਜਾਏ, ਕਿੰਨੀ ਵੈਲਿਊ ਹੋਊਗੀ, 5/6। ਸੋ ਇੱਥੇ ਮੈਂ ਲਿਖ ਦੇਵਾਂ 5/6। ਹੁਣ ਆਪਾਂ 12 ਨੂੰ ਮੈਂ ਕਿੰਨਾ ਮਲਟੀਪਲਾਈ ਕਰਾਂ
कि 4 आ जाए, सो ਇਹਦਾ ਤੀਜਾ ਹਿੱਸਾ ਲਿਖਿਆ ਵਾ ਤਾਂ ਇੱਥੇ ਆ ਜਾਊਗਾ 1/3। ਹੁਣ 14 ਤੋਂ 7 ਲਿਆਉਣਾ ਵਾ, ਇਹਦੇ ਵਿੱਚ ਮੈਂ ਕੀ ਮਲਟੀਪਲਾਈ ਕਰਾਂ, 14 ਚ ਕੀ ਮਲਟੀਪਲਾਈ ਕਰਾਂ ਕਿ 7 ਆ ਜਾਏ, 1/2। ਸੋ ਸਾਡੇ ਕੋਲ ਬੇਸਿਕਲੀ ਕੀ ਹੋਇਆ ਹੁਣ ਕਿ ਜੋ ਰੇਸ਼ੋ ਹੈ ਉਹ ਕਿੰਨੀ ਆ ਗਈ, 5/6 ਰੇਸ਼ੋ 1/3 ਰੇਸ਼ੋ 1/2। तो नीचे साढ़े को रेशो जो है वो फ्रैक्शन फॉर्म च नहीं होंगी, डिनोमिनेटर कितना आ जाऊंगा 6, इतने ऑलरेडी 6 है तो की आ जाऊंगा 5 रेशो 3 ਨੂੰ 6 बनाना, 2 ਨਾਲ ਮਲਟੀਪਲਾਈ ਉੱਪਰ 1 ਨੂੰ 2 ਨਾਲ ਮਲਟੀਪਲਾਈ ਕਰਾਂਗੇ ਤਾਂ 2, 2 ਨੂੰ 6 बनाना 3 ਨਾਲ ਮਲਟੀਪਲਾਈ ਉੱਪਰ 1 ਨੂੰ ਕੀਤਾ 3। ਸੋ ਸਾਡਾ ਆਨਸਰ ਹੋ ਜਾਊਗਾ 5/2/3, 5/2/3। ठीक है जी, चलो ਨੈਕਸਟ ਕੁਐਸਚਨ ਦੇਖਦੇ ਹਾਂ। डिफरेंस बिटवीन द स्मॉलेस्ट एंड लार्जेस्ट फ्रैक्शन। सो सब तो पहला ਆਪਾਂ ਦੱਸਣਾ ਵਾ ਕਿ ਇਹਨਾਂ ਚੋਂ स्मॉलेस्ट ਤੇ लार्जेस्ट फ्रैक्शन ਕਿਹੜੀ ਹੈ। ਧਿਆਨ ਨਾਲ ਸੁਣਿਓ, ਇੱਥੇ ਇੱਕ ਦਾ ਡਿਫਰੈਂਸ ਹੈ, ਇੱਥੇ ਇੱਕ ਦਾ ਡਿਫਰੈਂਸ ਹੈ, ਇੱਥੇ ਇੱਕ ਦਾ ਡਿਫਰੈਂਸ ਹੈ, ਪਰ ਇੱਥੇ 3 ਦਾ ਡਿਫਰੈਂਸ ਹੈ। ਠੀਕ ਹੈ ਜੀ, ਜਾਂ ਤਾਂ ਸਾਰੀਆਂ 3 ਦੇ ਡਿਫਰੈਂਸ ਬਣਾ ਲਓ ਜਾਂ 3 ਨੂੰ 1 ਚ ਬਣਾ ਲਓ, ਦੋਨੋਂ ਕੇਸਿਸ ਦੇ ਵਿੱਚ ਸਾਡਾ ਜੋ ਆਨਸਰ ਹੈ ਉਹ ਠੀਕ ਆਊਗਾ। ਜਦੋਂ ਤਾਂ ਇੱਕ ਦਾ ਡਿਫਰੈਂਸ ਹੋਵੇ ਤਾਂ ਡਿਨੋਮੀਨੇਟਰ ਸਾਡੇ ਕੋਲ ਵੱਡਾ ਹੋਵੇ, ਜਿਹੜੀ ਫ੍ਰੈਕਸ਼ਨ ਵੱਡੀ ਦਿਖ ਰਹੀ ਹੈ ਉਹੀ ਐਕਚੁਅਲ ਚ ਵੱਡੀ ਹੁੰਦੀ, ਜਿਹੜੀ ਛੋਟੀ ਦਿਖ ਰਹੀ ਹੈ ਛੋਟੀ ਹੁੰਦੀ। ਜਿੱਦਾਂ ਕਿ 11/12, 11 ਨੰਬਰ 7 ਤੋਂ ਜ਼ਿਆਦਾ ਹੈ ਨਾ, ਇੱਥੇ ਸਾਰਿਆਂ 'ਚ ਇੱਕ ਇੱਕ ਦਾ ਡਿਫਰੈਂਸ ਹੈ। ਸੋ 11/12 ਵੱਡੀ ਹੋਊਗੀ 7/8 ਤੋਂ, 7/8 ਵੱਡੀ ਹੋਊਗੀ 5/6 ਤੋਂ। ਅਗਰ ਮੰਨ ਲਓ ਮੈਂ ਚਾਹੁੰਦਾ ਵਾਂ ਕਿ ਸਾਰਿਆਂ 'ਚ ਹੀ 3-3 ਦਾ ਗੈਪ ਆ ਜਾਏ, ਤਾਂ ਕਿ 3-3 ਦਾ ਜਿਹੜਾ ਗੈਪ ਆ ਜਾਊਗਾ, ਅਗਰ ਗੈਪ ਕਾਮਨ ਹੋਵੇ ਤਾਂ ਜਿਹੜੀ ਦੇਖਣ 'ਚ ਸਾਨੂੰ ਫ੍ਰੈਕਸ਼ਨ ਵੱਡੀ ਲੱਗਦੀ ਹੈ ਉਹ ਵੱਡੀ ਹੁੰਦੀ, ਜਿਹੜੀ ਦੇਖਣ 'ਚ ਛੋਟੀ ਲੱਗਦੀ ਹੈ ਉਹ ਛੋਟੀ ਹੁੰਦੀ ਹੈ। ਸੋ ਮੈਂ ਕੀ ਕਰਦਾ, ਇੱਥੇ ਅਗਰ 3 ਦਾ ਗੈਪ ਹੈ, ਬਾਕੀ ਸਾਰਿਆਂ 'ਚ ਵੀ 3 ਦਾ ਗੈਪ ਕਰ ਦਿੰਦੇ ਆ। ਬਾਕੀ ਸਾਰਿਆਂ 'ਚ ਆਲਰੇਡੀ ਕਿੰਨਾ 1 ਦਾ ਗੈਪ ਹੈ, 1 ਨੂੰ 3 ਦਾ ਗੈਪ ਕਰਨਾ ਹੋਵੇ ਤਾਂ 3 ਨਾਲ ਮਲਟੀਪਲਾਈ ਕਰਨਾ ਹੁੰਦਾ ਵਾ ਉੱਪਰ ਨੀਚੇ। तो ऊपर अगर मैं 3 ਨਾਲ मल्टीप्लाई करूंगा तो की आ जाऊंगा 15, नीचे 3 ਨਾਲ करांगे तो की आ जाऊंगा 18। ऊपर अगर मैं 3 ਨਾਲ करूंगा तो 21, नीचे करांगे तो कितना आ जाऊंगा 24, ऊपर करांगे ਇੱਥੇ ਤਾਂ ਕਿੰਨਾ ਆ ਜਾਊਗਾ 33, ਇੱਥੇ ਕਿੰਨਾ ਆ ਜਾਊਗਾ 36, ਇਹ ਨੰਬਰ ਹੈ 13। ਹੁਣ ਦੇਖਣ 'ਚ ਸਭ ਤੋਂ ਵੱਡਾ ਨੰਬਰ ਕਿਹੜਾ ਲੱਗ ਰਿਹਾ ਵਾ, ਆਹ ਨੰਬਰ ਵੱਡਾ ਲੱਗ ਰਿਹਾ, ਐਕਚੁਅਲ 'ਚ ਆਹੀ ਫ੍ਰੈਕਸ਼ਨ ਵੱਡੀ ਹੈ। ਸਭ ਤੋਂ ਛੋਟਾ ਨੰਬਰ ਕਿਹੜਾ ਲੱਗ ਰਿਹਾ, ਆਹ ਵਾਲੀ ਫ੍ਰੈਕਸ਼ਨ ਵੱਡੀ ਹੈ। ਸੋ ਇਹਦੇ ਕੋਰਸਪੋਂਡਿੰਗ ਫ੍ਰੈਕਸ਼ਨ ਉਠਾ ਲਓ, 13/16 ਜਿਹੜੀ ਹੈ ਉਹ ਸਭ ਤੋਂ ਛੋਟੀ ਫ੍ਰੈਕਸ਼ਨ ਹੈ, ਸਭ ਤੋਂ ਵੱਡੀ ਫ੍ਰੈਕਸ਼ਨ ਕਿਹੜੀ ਹੈ 11/12। ਠੀਕ ਹੈ, ਇਹਨੂੰ ਕਰ ਦਿਓ ਮਾਈਨਸ, ਮੈਨੂੰ ਉਹਨੇ ਡਿਫਰੈਂਸ ਪੁੱਛਿਆ ਵਾ। 12 ਤੇ 16 ਦਾ ਜਿਹੜਾ ਐਲਸੀਐਮ ਹੁੰਦਾ ਵਾ ਉਹ ਹੁੰਦਾ 48, 12 4s ਆ, 11 4s ਆ 44, 16 3s ਆ, ਇੱਥੇ ਮੇਰੇ ਕੋਲ ਆ ਗਿਆ 39। ਸਾਡਾ ਆਨਸਰ ਆ ਜਾਣਾ ਵਾ 5/40, 5/48 ਇਜ਼ ਸੀ ਆਪਸ਼ਨ। ਠੀਕ ਹੈ ਜੀ, ਲੱਗੀ ਗੱਲ ਸਮਝ। ਸੋ ਫ੍ਰੈਕਸ਼ਨਸ ਨੂੰ ਲਾਰਜੈਸਟ ਸਮੋਲੈਸਟ ਲੱਭਣਾ ਹੋਵੇ, ਇਹਦੇ ਬਹੁਤ ਸਾਰੇ ਤਰੀਕੇ ਹੁੰਦੇ ਆ। ਇੱਕ ਤਾਂ ਤੁਹਾਨੂੰ ਕਾਮਨ ਡਿਫਰੈਂਸ ਹੁੰਦਾ, ਐਲਸੀਐਮ ਹੁੰਦਾ, ਐਚਸੀਐਫ ਹੁੰਦਾ ਵਾ, ਪਾਵਰਸ ਦੇ ਵਿੱਚ ਆਏ ਤਾਂ ਪਾਵਰ ਸੇਮ ਕਰਨੀਆਂ ਹੁੰਦੀਆਂ ਵਾ। ਸੋ ਬਹੁਤ ਸਾਰੇ ਤਰੀਕੇ ਹੁੰਦੇ ਇਹਨੂੰ ਕਰਨ ਦੇ। ਠੀਕ ਹੈ ਜੀ, ਚਲੋ ਪਾਰਟਨਰਸ਼ਿਪ ਦਾ ਕੁਐਸਚਨ ਹੈ ਕਿ ਰਾਜੂ ਐਂਡ ਰਵੀ ਸਟੱਡੀਡ ਦਾ ਬਿਜ਼ਨਸ ਐਂਡ ਇਨਵੈਸਟਡ ਦਾ ਮਨੀ ਇਨ ਦਾ ਰੇਸ਼ੋ। ਸੋ ਰਾਜੂ ਹੈ ਤੇ ਰਵੀ ਹੈ। ਸੋ ਇਨਵੈਸਟਮੈਂਟ ਦੀ ਅਗਰ ਮੈਂ ਰੇਸ਼ੋ ਦੱਸਾਂ ਆਈ ਤਾਂ ਕਿੰਨੀ ਹੈ 4/5। ਆਫਟਰ ਸਮ ਟਾਈਮ ਦੇ ਸ਼ੇਅਰ ਦਾ ਪ੍ਰੋਫਿਟ ਇਨ ਦਾ ਰੇਸ਼ੋ। ਦੇਖੋ ਆਫਟਰ ਸਮ ਟਾਈਮ ਦੀ ਜਦੋਂ ਗੱਲ ਕਰ ਰਿਹਾ ਤਾਂ ਮੈਂ ਟਾਈਮ ਦੀ ਗੱਲ ਨਹੀਂ ਕਰ ਰਿਹਾ, ਟਾਈਮ ਦੀ ਗੱਲ ਨਹੀਂ ਕਰ ਰਿਹਾ, ਮੈਂ ਟਾਈਮ ਬਰਾਬਰ ਹੈ। ਸੋ ਪ੍ਰੋਫਿਟ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਉਹ ਕਹਿੰਦਾ ਕਿ ਰਾਜੂ ਦਾ ਪ੍ਰੋਫਿਟ 3000 ਆਇਆ ਵਾ। ਸੋ ਰਾਜੂ ਦਾ ਪ੍ਰੋਫਿਟ ਕਿੰਨਾ ਵਾ 3000, 30,000। ਸੋ ਬੇਸਿਕਲੀ ਅਗਰ ਮੈਂ ਟਾਈਮ ਦੀ ਗੱਲ ਕਰਾਂ ਨਾ, ਇੱਥੇ ਟਾਈਮ ਅਗਰ ਮੰਨ ਲਵਾਂ ਉਹਨੇ ਕਿਹਾ ਥੋੜੇ ਦਿਨਾਂ ਬਾਅਦ, ਸੋ ਜੋ ਜਿੰਨਾ ਵੀ ਟਾਈਮ ਹੋਊਗਾ, ਅਗਰ ਮੈਂ ਕਹੂੰਗਾ ਕਿ 4 ਮੰਥਸ ਹੈ ਤਾਂ ਇੱਥੇ 4 ਮੰਥਸ, 8 ਮੰਥਸ, 8 ਮੰਥਸ, ਰੇਸ਼ੋ 1/1 ਆਊਗੀ। ਸੋ 1/1 ਦਾ ਮਤਲਬ ਕਿ 4 × 1 4, 4 ਦੀ ਵੈਲਿਊ 30,000 ਹੈ ਤਾਂ 5 ਦੀ ਵੈਲਿਊ ਕਿੰਨੀ ਹੋਊਗੀ। ਦੇਖੋ ਆਪਾਂ ਦੇਖਣਾ ਮਲਟੀਪਲੀਕੇਸ਼ਨ ਫੈਕਟਰ ਕੀ ਆਊਗਾ ਸਾਡੇ ਕੋਲ। 4 ਨੂੰ ਮੈਂ ਕਿੰਨਾ ਮਲਟੀਪਲਾਈ ਕਰਾਂ ਕਿ 30,000 ਆ ਜਾਏ, ਉਹ ਹੁੰਦਾ ਵਾ 7500। ਠੀਕ ਹੈ ਜੀ, 7500 ਦਾ ਡਬਲ 15,000, 15 ਡਬਲ ਕਿੰਨਾ 30,000। ਸੋ ਮੈਨੂੰ ਇੱਥੇ ਵੀ 7500 ਨਾਲ ਮਲਟੀਪਲਾਈ ਕਰਨਾ ਪਊਗਾ। ਪਰ ਅਸੀਂ ਇਸ ਤੋਂ ਪਹਿਲਾਂ ਕੁਐਸਚਨ ਪੜ੍ਹ ਲੈਂਦੇ ਹਾਂ, ਪੁੱਛਿਆ ਕੀ ਹੈ ਕਿ ਟੋਟਲ ਪ੍ਰੋਫਿਟ ਕਿੰਨਾ ਵਾ। ਹੁਣ ਅਗਰ ਮੈਨੂੰ ਧਿਆਨ ਨਾਲ ਸਮਝਾਂ ਤਾਂ ਉਹ ਕਹਿ ਰਿਹਾ ਵਾ ਕਿ 4 ਪੁਆਇੰਟਸ ਦੀ ਵੈਲਿਊ ਅਗਰ 30,000 ਹੈ, 4 ਪੁਆਇੰਟਸ ਦੀ ਵੈਲਿਊ 'ਚ ਪ੍ਰੋਫਿਟ 30,000 ਹੈ, ਉਹਨੇ ਮੈਨੂੰ ਟੋਟਲ ਪੁੱਛਿਆ ਵਾ 9 ਪੁਆਇੰਟਸ ਦੀ ਵੈਲਿਊ 'ਤੇ ਕਿੰਨਾ ਪ੍ਰੋਫਿਟ ਹੋਊਗਾ। ਠੀਕ ਹੈ ਜੀ, ਸਮਝ ਗਏ। ਸੋ ਬੇਸਿਕਲੀ ਇੱਥੇ ਮਲਟੀਪਲੀਕੇਸ਼ਨ ਫੈਕਟਰ ਆਇਆ 7500 ਦਾ। ਸੋ ਮੇਰੇ ਕੋਲ ਇੱਥੇ ਵੀ ਮਲਟੀਪਲੀਕੇਸ਼ਨ ਫੈਕਟਰ ਆਉਣਾ ਵਾ 7500 ਦਾ। ਸੋ 7500 ਨੂੰ ਅਗਰ ਮੈਂ 10 ਨਾਲ ਮਲਟੀਪਲਾਈ ਕਰਦਾ ਤਾਂ 75000 ਆਉਂਦਾ। 75000 'ਚੋਂ 7500 ਕੱਢ ਦਿਓ, ਸੋ ਸਾਡੇ ਕੋਲ ਆਨਸਰ ਆਊਗਾ 67,500। 75000 'ਚੋਂ 7500 ਕੱਢਣਾ, 75000 'ਚ ਪਹਿਲਾਂ 5000 ਕੱਢਾਂਗੇ ਤਾਂ 70000 'ਚ ਆਊਗਾ। 70000 'ਚੋਂ ਅਗਰ ਮੈਂ 2500 ਨਿਕਾਲੂੰਗਾ ਤਾਂ 67500 ਆਊਗਾ। ਨੈਕਸਟ ਕੁਐਸਚਨ ਕਰਦੇ ਹਾਂ। 1/20 ਇਜ਼ ਵਟ ਪਰਸੈਂਟੇਜ ਆਫ 8/50। ਉਹ ਕਹਿੰਦਾ 1/20 ਜਿਹੜਾ ਵਾ ਉਹ ਕਿੰਨਾ ਪਰਸੈਂਟ ਹੈ 8/50 ਦਾ। ਜਦੋਂ ਸਾਡੇ ਕੋਲ ਫ੍ਰੈਕਸ਼ਨ ਅਪੋਨ ਫ੍ਰੈਕਸ਼ਨ ਹੋਵੇ ਤਾਂ ਨੀਚੇ ਵਾਲੀ ਫ੍ਰੈਕਸ਼ਨ ਨੂੰ ਅਸੀਂ ਰਿਵਰਸ ਕਰਕੇ ਇੱਥੇ ਲਿਖ ਦਈਦਾ ਮਲਟੀਪਲੀਕੇਸ਼ਨ ਦੇ ਵਿੱਚ। ਸੋ 1/20 × 50/8। ਠੀਕ ਹੈ, 0 ਨਾਲ 0 ਕੈਂਸਲ ਹੋ ਗਿਆ, ਸਾਡੇ ਕੋਲ ਆ ਗਿਆ 5/16।
ਹੁਣ ਤੁਸੀਂ ਫ੍ਰੈਕਸ਼ਨਸ ਯਾਦ ਰੱਖਣੀਆਂ ਵਾ 1/1 ਤੋਂ ਲੈ ਕੇ 1/20 ਤੱਕ, ਜਿਹਦੇ ਵਿੱਚੋਂ 1/16 ਹੁੰਦਾ ਵਾ ਸਾਡੇ ਕੋਲ 6.25%। 1/16 ਵਾ ਸਾਡੇ ਕੋਲ 5 ਗੁਣਾ ਵਾ, ਇਹਨੂੰ 5 ਨਾਲ ਮਲਟੀਪਲਾਈ ਕਰ ਦਿਓ। 5 5 25, 5 2 10 12, 5 6 30, 31.25% इज आंसर। ठीक है जी, इजी क्वेश्चन है। नेक्स्ट क्वेश्चन करते हैं। ਇਹ क्वेश्चन थोड़ा ठीक है, अगर ਤੁਹਾਨੂੰ ਰੈਸ਼ਨਲਾਈਜੇਸ਼ਨ ਵਗੈਰਾ ਆਂਦੀ ਹੈ ਤਾਂ क्वेश्चन ਨਿਕਲ ਜਾਊਗਾ, ਨਹੀਂ ਤਾਂ ਦਿੱਕਤ ਕਰੂੰਗਾ। ਦੇਖੋ ਜਦੋਂ ਇੱਥੇ -1 ਲਿਖਿਆ ਹੋਵੇ ਨਾ, ਇਹਨੂੰ ਅਗਰ 1 ਚ ਕਨਵਰਟ ਕਰਨਾ ਤਾਂ ਮੈਂ ਇਹਨੂੰ ਰਿਵਰਸ ਕਰ ਦੂੰਗਾ। ਸੋ ਸਾਡੇ ਕੋਲ ਕੀ ਆਊਗਾ 2/2√3 + 3 + 1/2√3 - 3। ਠੀਕ ਹੈ, ਹੁਣ ਇਹ ਵਾਲੀ ਮੈਂ ਜੋ ਬ੍ਰੈਕਟ ਹੈ ਓਪਨ ਕਰ ਦਿੱਤੀ, ਇਹਨੂੰ 1 ਕਨਵਰਟ -1 ਨੂੰ 1 ਕਰਨ ਲਈ ਇਹਨੂੰ ਰਿਵਰਸ ਕਰ ਦਿੱਤਾ। ਹੁਣ ਸਾਡੇ ਕੋਲ ਕਰਲੀ ਬ੍ਰੈਕਟ ਰਹਿ ਗਈ। ਇੱਥੇ ਕਰਲੀ ਬ੍ਰੈਕਟ ਦੇ ਉੱਪਰ -1 ਲਿਖਿਆ ਵਾ ਤਾਂ ਸਕੁਅਰ ਬ੍ਰੈਕਟ ਦੇ ਉੱਤੇ ਕੀ ਲਿਖਿਆ ਵਾ ਸਕੁਅਰ। ਇਹਨੂੰ ਸੋਲਵ ਕਰਦੇ ਹਾਂ। ਹੁਣ ਦੇਖੋ ਇੱਥੇ ਇੱਕ ਨੰਬਰ ਨਜ਼ਰ ਆ ਰਿਹਾ ਵਾ, ਇੱਥੇ ਦੂਸਰਾ, ਇਹ a + b × a - b ਹੈ। a + b × a - b ਹੁੰਦਾ ਵਾ a² - b²। ਸੋ ਪਹਿਲੇ ਵਾਲੇ ਨੰਬਰ ਦਾ ਸਕੁਅਰ ਕਰਾਂ 2 ਦਾ ਸਕੁਅਰ 4, ਅੰਡਰ ਰੂਟ ਦਾ ਸਕੁਅਰ ਕਰਾਂਗੇ ਤਾਂ 3, 4 3 = 12। ਸੋ a² ਦੀ ਵੈਲਿਊ ਕਿੰਨੀ ਆ ਗਈ 12 - b², b ਕੀ ਹੈ 3, 3 ਦਾ ਸਕੁਅਰ 9, 12 - 9 ਇਜ਼ ਇੱਥੇ ਆ ਜਾਊਗਾ ਮੇਰੇ ਕੋਲ 3। ਹੁਣ ਕ੍ਰੋਸ ਮਲਟੀਪਲਾਈ ਕਰਾਂਗੇ 2 ਨਾਲ ਕਰਾਂਗੇ ਤਾਂ 4√3, 2 3 = 6 -6, ਇੱਥੇ +2√3 + 3। ਠੀਕ ਹੈ ਜੀ। ਹੁਣ ਦੇਖੋ 4√3 ਹੈ, ਇੱਥੇ 2√3 ਹੈ, ਤਾਂ ਮੈਂ ਲਿਖ ਸਕਦਾ ਵਾਂ 6√3। ਠੀਕ ਹੈ, -6 + 3 ਦੀ ਜਗ੍ਹਾ ਤੇ ਕੀ ਲਿਖਾਂਗੇ -3। ਠੀਕ ਹੈ, ਨੀਚੇ ਸਾਡੇ ਕੋਲ ਆ ਜਾਊਗਾ 3, ਇੱਥੇ ਹੈ ਸਾਡੇ ਕੋਲ -1, ਇਹਦੇ ਉੱਤੇ ਕੀ ਹੈਗਾ ਵਾ ਸਕੁਅਰ। ਹੁਣ ਅਗਰ ਮੈਂ ਧਿਆਨ ਨਾਲ ਦੇਖਾਂ ਤਾਂ ਇਹਦੇ ਇੱਥੋਂ ਦੀ 3 ਕਾਮਨ ਆ ਸਕਦਾ, 3 ਕਾਮਨ ਆਉਣ ਤੋਂ ਬਾਅਦ 3 ਕੱਟ ਜਾਊਗਾ, ਬਚੂਗਾ ਕੀ √3 - 1 ਦਾ ਆ ਚੀਜ਼ ਦਾ ਹੋਲ ਸਕੁਅਰ। ਹੁਣ -1 ਦੀ ਅਗਰ ਮੈਂ ਗੱਲ ਕਰਾਂ ਤਾਂ ਇਹਨੂੰ 1 ਚ ਕਨਵਰਟ ਕਰਨਾ ਤਾਂ ਮੇਰੇ ਕੋਲ ਜੋ ਵੈਲਿਊ ਆਊਗੀ ਉਹ ਆਊਗੀ 1/√3 - 1। ਅੱਛਾ, ਇਹ ਗੜਬੜ ਹੋ ਗਈ। ਇੱਥੇ ਅਗਰ 3 ਕਾਮਨ ਲਵਾਂਗੇ ਤਾਂ 2√3 ਬਚੂਗਾ। ਇੱਥੇ ਕੀ ਆ ਗਿਆ 2√3। ਠੀਕ ਹੈ, ਇੱਥੇ ਆ ਗਿਆ 2√3। ਠੀਕ ਹੈ, ਸੋ 3 ਕਾਮਨ ਲਵਾਂਗੇ ਤਾਂ 2√3 - 1 ਬਚੂਗਾ। ਹੁਣ ਜਦੋਂ ਸਾਡੇ ਕੋਲ ਰੂਟ ਡਿਨੋਮੀਨੇਟਰ 'ਚ ਹੁੰਦਾ ਵਾ ਤਾਂ ਅਸੀਂ ਇਹਦੀ ਰੈਸ਼ਨਲਾਈਜੇਸ਼ਨ ਕਰਦੇ ਹਾਂ। ਜੋ ਨੰਬਰ ਇੱਥੇ ਲਿਖਿਆ ਵਾ ਸੇਮ ਨੰਬਰ ਲਿਖਾਂਗੇ ਪਰ ਸਾਈਨ ਡਿਫਰੈਂਟ। 2√3 + 1 ਨਾਲ ਮਲਟੀਪਲਾਈ ਕਰ ਦਿਓ, 2√3 - 1 ਨਾਲ ਡਿਵਾਈਡ ਕਰ ਦਿਓ। ਹੁਣ ਸਾਡੇ ਕੋਲ ਕੀ ਆਊਗਾ, ਧਿਆਨ ਨਾਲ ਦੇਖੋ, ਸੌਰੀ ਪਲੱਸ ਹੈ ਇੱਥੇ a - b ਤੇ a + b, a - b × a + b ਕੀ ਹੁੰਦਾ a² - b², b ਦਾ ਇਹ 'ਚ 1 ਹੈ ਤਾਂ -1 ਹੋਊਗਾ। 2 ਦਾ ਸਕੁਅਰ 4, 4 12, 12 ਚੋਂ ਇੱਕ ਗਾਉਂਗੇ ਕਿੰਨੇ ਆ ਜਾਊਗੇ 11 ਆ ਜਾਊਗੇ। ਅੱਛਾ, ਇਹਦਾ ਸਕੁਅਰ ਵੀ ਹੈਗਾ ਇੱਥੇ 11 ਆ ਜਾਊਗਾ। ਠੀਕ ਹੈ ਜੀ, ਸੋ ਮੇਰੇ ਕੋਲ ਉੱਪਰ ਨੰਬਰ ਕੀ ਆ ਗਿਆ 2√3 + 1, ਇਹਦਾ ਆ ਗਿਆ ਸਕੁਅਰ। ਇਹ ਲਾਸਟ ਸਟੈਪ ਹੈ। ਹੁਣ ਦੇਖੋ 11 ਸਕੁਅਰ ਕਿੰਨਾ ਹੁੰਦਾ 121। ਸੋ ਸਾਡੇ ਕੋਲ ਆਨਸਰ ਇੱਥੇ ਵੀ 121 ਹੈ ਤੇ ਇੱਥੇ ਵੀ 121 ਹੈ। ਹੁਣ ਗੱਲ ਹੈ ਕਿ ਉੱਪਰ ਨੰਬਰ ਪੋਜ਼ਿਟਿਵ 'ਚ ਲਿਖਿਆ, ਉੱਥੇ ਉੱਪਰ ਨੰਬਰ ਨੈਗੇਟਿਵ 'ਚ ਲਿਖਿਆ। ਸਾਡੇ ਕੋਲ a + b ਦਾ ਹੋਲ ਸਕੁਅਰ ਜਿਹੜਾ ਵਾ ਪੋਜ਼ਿਟਿਵ 'ਚ ਆਉਂਦਾ ਵਾ। ਸੋ ਮੈਂ ਹਾਲਾਂਕਿ ਟਿਕ ਕਰ ਸਕਦਾ ਵਾਂ, ਪਰ ਤੁਹਾਨੂੰ ਸੋਲਵ ਕਰਕੇ ਦੱਸ ਦਿੰਦਾ। ਸੋ a + b ਦਾ ਹੋਲ ਸਕੁਅਰ ਕੀ ਹੁੰਦਾ ਵਾ 2√3 ਦਾ ਸਕੁਅਰ ਹੋ ਗਿਆ ਮੇਰੇ ਕੋਲ 12, 1 ਦਾ ਸਕੁਅਰ ਕਿੰਨਾ ਹੁੰਦਾ 1 + 2ab, 2 × 2 = 4√3 ਜੋ ਹੈ ਸਾਡਾ ਆਨਸਰ ਇੱਥੇ ਆਣਾ 121। 12 ਦੇ ਕਿੰਨੇ ਹੁੰਦੇ 13, 13 + 4√3/121 ਸਾਡਾ ਆਨਸਰ ਹੈ। ਠੀਕ ਹੈ ਜੀ, ਸਮਝ ਗਏ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਟੀਪੂ ਵਰਕਸ ਟਵਾਈਸ ਐਜ਼ ਫਾਸਟ ਐਜ਼ ਅਕਬਰ। ਜਦੋਂ ਫਾਸਟ ਦੀ ਗੱਲ ਕਰਦਾ ਟਵਾਈਸ ਦੀ, ਇਹ ਐਫੀਸ਼ੀਐਂਸੀ ਦੀ ਗੱਲ ਕਰ ਰਿਹਾ ਵਾ। ਸੋ ਸਾਡੇ ਕੋਲ ਟੀਪੂ ਤੇ ਅਕਬਰ ਦੀ ਅਗਰ ਮੈਂ ਗੱਲ ਕਰਾਂ, ਇੱਥੇ ਸਾਡੇ ਕੋਲ ਐਫੀਸ਼ੀਐਂਸੀ ਆਉਂਦੀ ਹੈ ਕਿ ਇਹ ਪਰ ਯੂਨਿਟ ਟਾਈਮ 2 ਯੂਨਿਟਸ ਕੰਮ ਕਰਦਾ ਵਾ, 1 ਯੂਨਿਟ ਕੰਮ ਕਰਦਾ ਵਾ। ਦੋਨੋਂ ਮਿਲ ਕੇ 16 ਦਿਨਾਂ 'ਚ ਕੰਮ ਕਰਦੇ ਆ। ਬੇਸਿਕਲੀ ਇਹਦਾ ਮਤਲਬ ਹੈ ਕਿ ਇਹ 2 ਚੇਅਰਸ ਬਣਾ ਰਿਹਾ ਵਾ ਇੱਕ ਦਿਨ ਦੇ ਵਿੱਚ, ਇਹ 1 ਚੇਅਰ ਬਣਾ ਰਿਹਾ ਵਾ। ਦੋਨੋਂ ਮਿਲ ਕੇ ਕਿੰਨੀਆਂ ਚੇਅਰਸ ਬਣਾ ਰਹੇ ਆ 3 ਰੋਜ਼ ਦੀਆਂ। ਇਹ ਹੁੰਦਾ ਰੋਜ਼ ਦੀਆਂ ਪਰ ਯੂਨਿਟ ਟਾਈਮ। 16 ਦਿਨ ਕੰਮ ਕੀਤਾ, ਅਗਰ ਇਹਨੇ 16 ਦਿਨ ਕੰਮ ਕੀਤਾ ਇਹਦਾ ਮਤਲਬ 48 ਚੇਅਰਸ ਹੈ। ਇੱਥੇ ਲਿਖ ਦਾਂਗੇ 48। ਠੀਕ ਹੈ, ਟੀਪੂ ਟਵਾਈਸ ਐਜ਼ ਫਾਸਟ ਐਜ਼ ਅਕਬਰ ਹੈ। ਸੋ ਇੱਥੇ 2 ਲਿਖਤਾ, ਇੱਥੇ 1 ਲਿਖ ਦਿੱਤਾ। ਟੋਟਲ ਯੂਨਿਟਸ ਕਿੰਨੀਆਂ ਬਣ ਰਹੀਆਂ 3, ਕਿਉਂਕਿ ਦੋਨੋਂ ਜਾਣੇ ਮਿਲ ਕੇ 16 ਦਿਨਾਂ 'ਚ ਕੰਮ ਕਰ ਰਹੇ ਆ। ਇੱਕ ਦਿਨ ਦਾ ਕੰਮ ਕਿੰਨਾ ਵਾ 3, 16 ਦਿਨਾਂ ਦਾ ਕੰਮ ਕਿੰਨਾ 48। ਇੱਥੇ ਆ ਗਿਆ 48। ਉਹ ਪੁੱਛ ਰਿਹਾ ਵਾ ਕਿ ਦੱਸੋ ਹਾਊ ਮੈਨੀ ਡੇਜ਼ ਆਰ ਰਿਕੁਆਇਰਡ ਫॉर ਟੀਪੂ। ਟੀਪੂ ਨੂੰ ਕਿੰਨੇ ਦਿਨ ਲੱਗੂਗੇ ਇਕੱਲੇ ਨੂੰ 48 ਕਰਨ ਲਈ। ਰੋਜ਼ ਦੀਆਂ 2 ਕਰਦਾ ਵਾ, 48 ਚੇਅਰਸ ਬਣਾਉਣੀਆਂ, ਰੋਜ਼ ਦੀਆਂ 2 ਬਣਾਉਂਦਾ ਵਾ। ਕਿੰਨੇ ਦਿਨ ਲੱਗੂਗੇ 24 ਦਿਨ ਲੱਗੂਗੇ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਅ ਟ੍ਰੇਡਰ ਲੌਸਟ 5% ਬਾਈ ਸੈਲਿੰਗ ਦ ਸ਼ਰਟ ਫॉर। तो देखो लॉस परसेंट देता हुआ कितना 5%। 5% मैं लिख सकता हाँ 5/100
या मैं इन्हू लिख सकता वा, ध्यान नाल सुनियो, 1/20। ਇਹ ਸਾਡੇ ਕੋਲ ਕੀ ਹੈ लॉस, ਇਹ ਕੀ ਹੁੰਦਾ ਵਾ कॉस्ट प्राइस। ठीक है, एक चीज़ मैनू जी 20 रुपए की आई है, मैं 1 रुपए के लॉस से बेचूंगा तो सैलिंग प्राइस कितना आ जाऊंगा, 19 आ जाऊंगा। समझ गए, सिर्फ फ्रैक्शंस गल कर रहे हैं अजे मैं। एक्चुअल दे विच सैलिंग प्राइस कितना वा 1140, एक्चुअल सैलिंग प्राइस कितना वा 1140। सो मैं की देखूंगा कि एदी वाली वैल्यू जी है वो 1140 है। ਹੁਣ 9 ਦੇ ਕਿਹੜੇ ਟੇਬਲ 'ਚ 4 ਆਂਦਾ ਵਾ, 9 6 ਦਾ 54 ਹੁੰਦਾ, ਸੋ ਇਹਦੀ ਕਟਿੰਗ ਹੁੰਦੀ 6 ਦੇ ਨਾਲ, ਇੱਥੇ ਆ ਗਿਆ 60। ਇਹਦਾ ਮਤਲਬ ਕੀ ਹੈ ਕਿ ਜਿਹੜੇ ਮੈਂ ਪੁਆਇੰਟਸ ਲਏ ਆ ਇਹਦੇ ਵਿੱਚੋਂ ਇੱਕ ਪੁਆਇੰਟ ਦੀ ਵੈਲਿਊ ਕਿੰਨੀ ਹੈ 60। ਮੈਨੂੰ ਕਾਸਟ ਪ੍ਰਾਈਸ ਨਿਕਾਲਣਾ ਵਾ, 20 ਪੁਆਇੰਟਸ ਦੀ ਵੈਲਿਊ ਕਿੰਨੀ ਹੋਊਗੀ, 60 ਨੂੰ 20 ਨਾਲ ਮਲਟੀਪਲਾਈ ਕਰਾਂਗੇ ਕਿੰਨੀ ਹੋਊਗੀ 1200। ਸੋ ਕਾਸਟ ਪ੍ਰਾਈਸ 1200 ਆ ਗਿਆ। ਉਹ ਕਹਿ ਰਿਹਾ ਕਿ ਅਗਰ ਮੈਂ 1320 ਦੀ ਵੇਚਾਂ, ਸੋ 1200 ਵਾਲੀ ਚੀਜ਼ 1320 ਦੀ ਵੇਚਾਂਗੇ ਤਾਂ ਪ੍ਰੋਫਿਟ ਕਿੰਨਾ ਹੋ ਜਾਊਗਾ 120। ਕਿੰਨੇ ਕਾਸਟ ਪ੍ਰਾਈਸ ਤੇ 1200 ਤੇ ਇਹਦਾ 10% ਹੀ ਉੱਪਰ ਲਿਖਿਆ ਹੋਇਆ ਵਾ, तो साडा आंसर आऊँगा 10%। ठीक है जी, नेक्स्ट क्वेश्चन करते हैं। क्वेश्चन डाटा इंटरप्रिटेशन का वा, इफ द एक्सपेंडिचर ऑन द एडवर्टाइजमेंट इज 50 करोड़। वो कह रहा है कि एडवर्टाइजमेंट के उत्ते जो एक्सपेंडिचर है वो 50 करोड़ है। इसका मतलब मेरे को 12.5 की वैल्यू कितनी है 50। तो 12.5 अगर मैं डबल करा 25, 25 डबल करा तो 50। सो जो नंबर 2 बार डबल करके आ रहा हो 4 का मल्टीपल होंगे वा। तो बेसिकली सारे पॉइंट्स ਨੂੰ 4 ਦੇ ਟੇਬਲ 'ਚ ਮਲਟੀਪਲਾਈ ਕਰਕੇ ਆਪਾਂ ਆਨਸਰ ਨਿਕਾਲ ਲਾਂਗੇ। ਉਹ ਕਹਿ ਰਿਹਾ ਐਕਸਪੈਂਡੀਚਰ ਔਨ ਸੈਲਰੀ ਐਂਡ R&D ਟੂਗੇਦਰ, ਸੈਲਰੀ ਐਂਡ R&D। ਸੋ 25 ਤੇ 5 30। तो मैं 30 पॉइंट्स की वैल्यू निकालनी है। अगर मैं 4 ਨਾਲ मल्टीप्लाई करांगा तो मेरे को कितना आ जाएगा 120। साडा आंसर है 120 करोड़, 120 करोड़। ठीक है, सो डाटा इंटरप्रिटेशन के क्वेश्चन मैं तुहानूं दस्सिया सी ईजी ही आए हैं। नैक्सट देखो, लास्ट जी वीडियो है और भी एक क्वेश्चन सीगा कि द एवरेज वेट ऑफ केतन, तुषार एंड सलील इज 46। एवरेज 46 है, टोटल कितना होगा, सेम ही वैल्यू दी हुई सी उत्थे 46। 50 पिछे 4 घट है, सो 150 पिछे 12 घट होगा, इतने होगा 138। इफ द एवरेज वेट ऑफ केतन एंड तुषार, केतन ते तुषार दा एवरेज वेट जो है वो 36 है, मैं लिख दूंगा टोटल इज 72। एंड तुषार एंड सलील दा जो एवरेज वेट है 48 है, मैं लिख दूंगा 96। अगेन उन्हें मैंने वेट पूछा वा तुषार का, जो कॉमन है, जो कॉमन है पूछा वा। सो अगर मैं इन्होंने प्लस करूँगा, एक बार केतन, 2 बार जो है तुषार का वेट, एक बार सलील का वेट कितना होगा, प्लस कर लो, साढ़े को आ गया 8 168। ठीक है, हूँ ये जो मैं इन्हू माइनस करूँगा टोटल वाले नू, सो एक के चों एक के माइनस होया कट जाऊँगा, 2T दे विचों T गया तो एक T कैंसिल हो गया, सलील दे विचों सलील की वैल्यू कैंसिल हो गई, मेरे को की बचूंगा T। तो 168 माइनस 138, सेम ही आंसर उत्थे आया सीगा 30। ठीक है जी, चलो नेक्स्ट क्वेश्चन देखते हैं। द डिफरेंस बिटवीन द सेलिंग प्राइस ऑन अ डिस्काउंट ऑफ 32% एंड सक्सेसिव डिस्काउंट ऑफ 20% ईच। तो जो 32% डिस्काउंट है तो ऐसा दसिया होया, मैंने डिफरेंस निकालना डिस्काउंट का किहदे विचों, अगर सक्सेसिव 20% दिता होवे, तो सक्सेसिव अगर 20% दिता होवे -20 -20 माइनस माइनस इज प्लस 400/100। सक्सेसिव का की फॉर्मूला वा A + B + AB/100। हालांकि 20 10 20 30 की वैल्यू सानू याद होनी चाहिए वा। डिस्काउंट डिफरेंट होंगे वा, नंबर डिक्रीज डिफरेंट होंगे, सक्सेसिव इंक्रीज डिफरेंट होंगे वा। तो इतने मैं लिखा -20 -20 मल्टीप्लाई करना, माइनस माइनस इज प्लस 20 × 20 = 400, यह कैंसल हो गया। सो मैंने नज़र तो 40 आ रहा सी, एक्चुअल के कितना होंदा वा 36%। तो 20% अगर सक्सेसिव डिस्काउंट 2 बार देवांगे तो जो डिस्काउंट है वो साढ़े को आऊँगा 36%। सो ये डिफरेंस कितना वा 4% का, 4% की वैल्यू जो है वो दी हुई है 25। तो कह रहा है एक्चुअल अमाउंट ऑफ बिल कितना वा। सो एक्चुअल अमाउंट ऑफ बिल जो है, जो डिस्काउंट है मार्क्ड प्राइस से होंदा वा। सो एक्चुअल अमाउंट जो है वो मार्क्ड प्राइस निकालना वा, दैट इज 100%। इतने 100% निकालने की करांगे 25 ना मल्टीप्लाई। सो मैं इतने भी 25 ना मल्टीप्लाई करूँगा, 25 का स्क्वायर होंदा वा 625। सो साडा आंसर जो है वो 625। ठीक है जी, लगी गल समझ। चलो नेक्स्ट क्वेश्चन। अगेन पिछले सेट चुई 20% ऑफ द नंबर, 20% ऑफ नंबर का मतलब की होंदा वा 1/5 ऑफ अ नंबर इज मोर है ए वड्डा नंबर, इसलिए माइनस 20% ऑफ 550। इहदा 10% कितना 55, 20% कितना होगा 110 तो जो एक्स है इहदा 20%, इहदे 20% तो कितना ज़्यादा वा 240। ठीक है, सो 1/5 x इज इक्वल टू उधर लै जाओ, इतने आ गया 350
एक्स की वैल्यू कितनी आ गई 350 बाय जो मल्टीप्लाई करना होवे तो इनू हाफ कर दो 175 एक जीरो एक्स्ट्रा लगा दो 1750 इज आंसर। ठीक है जी सेम क्वेश्चन जो लास्ट सेट च आए थे तो प्रैक्टिस है रिपीट हो रहे हैं। सिंपलीफाई करांगे सो सिंपलीफाई करांगे असी बोर्ड मास दे नाल। बोर्ड मास ब्रैकेट सब तो पहले ब्रैकेट ओपन करांगे डिवीजन है सो मैं अगर डिवीजन को मल्टीप्लीकेशन च कन्वर्ट करना होवे ध्यान नाल सुनो इनू मल्टीप्लीकेशन तो मैं इनू रिवर्स कर दूंगा 5/20 इतने 20 ने 20 कैंसिल हो गया मेरे को बचया कितना 5/36 मैं इतने लिख लेना पहला इतने कितना बच गया 5/36। ठीक है सो ये जो सारे को निकल के आया कितना आया 5/36 इतने लगा देना डिवाइड का साइन क्योंकि इतने डिवाइड का साइन है। अगर मैं इनू सॉल्व करा पहला मल्टीप्लीकेशन है 11 1 जा 11 किया गया 2 जा 5 1 जा 5 3 जा बचा कितना 2/3 2/3 ਦੇ ਵਿੱਚ प्लस करना वा 3/12 थोड़ा एलसीएम कितना आ जाऊंगा 12 3 ਨੂੰ 4 ना करेंगे 12 4 ਨੂੰ 2 ना करेंगे तो 8 + 3 मेरे को आ गया इतने 11/12 तो यदी वैल्यू जो है ये वैल्यू जो आई साडो कितनी आ गई 11/12 डिवाइड बाय 11/12 तो 5/36 ਨੂੰ अगर मैं डिवीजन ਨੂੰ मल्टीप्लिकेशन च कन्वर्ट करना वा तो 12/11 हो गया ए 1 जा ए की आ गया 3 जा सो मेरा आंसर कितना होगा 5/33 आंसर की होगा 5/33। ठीक है जी चलो नैक्सट क्वेश्चन देखते हैं। अगेन सिंपलीफिकेशन का क्वेश्चन है ब्रैकेट दे इत्थों स्टार्ट करते हैं असी कितना 6 है इनू भी प्लस कर लो कितना 7 7 चो 6 गए तो मेरे को कितना आऊँगा यदी वैल्यू कितनी आऊँगी टोटल 1 15 + 10 इज 25 चो 1 गए 24 सो यदी वैल्यू कंबाइंड कितनी आऊँगी 24। ठीक है हूँ इतों असी लिख लें अगे 192 डिवाइडेड बाय 12 डिवाइडेड बाय 6 इंटू 24 इदा ही है ना तो इतने मेरे को कितना आ गया 2 इतने कितना आ गया 48 तो 192 डिवाइडेड बाय 48 8 4 जा 32 होंदा वा सो इतने मेरे को 4 के टेबल च कटिंग होगी 4 इज द आंसर। ठीक है जी चलो नेक्स्ट क्वेश्चन देखते हैं। A trader offers a discount of 11% on the article if the customer makes the payment in cash. How much percentage above the cost price should he mark the article to make the profit of 11%? देखो ਇਹਦੇ ਵਿੱਚ ਨਾ ਅਗਰ ਤੁਹਾਨੂੰ ਨਾ ਸਮਝ ਆਏ ਕੁਐਸਚਨ ਦੇ ਵਿੱਚ ਦੇਖੋ ਮੈਨੂੰ ਡਿਸਕਾਊਂਟ ਦੀ ਵੈਲਿਊ ਵੀ ਦਿੱਤੀ ਹੈ ਤੇ ਮੈਨੂੰ ਉਹਨੇ ਪ੍ਰੋਫਿਟ ਦੀ ਵੈਲਿਊ ਵੀ ਦਿੱਤੀ ਹੈ। ਸਾਡੇ ਕੋਲ ਤਿੰਨ ਹੀ ਤਰ੍ਹਾਂ ਦੀਆਂ ਪਰਸੈਂਟੇजेस ਹੁੰਦੀਆਂ ਪ੍ਰੋਫਿਟ ਐਂਡ ਲਾਸ ਦੇ ਵਿੱਚ ਡਿਸਕਾਊਂਟ ਪ੍ਰੋਫਿਟ ਤੇ ਮਾਰਕਅਪ। ਪ੍ਰੋਫਿਟ ਦੇ ਨਾਲ ਲਾਸ ਵੀ ਹੁੰਦੀ ਹੈ ਪਰ ਦੋਨਾਂ ਚੋਂ ਇੱਕੋ ਹੀ ਚੀਜ਼ ਜਿਹੜੀ ਹੈ ਉਹ ਆਉਂਦੀ ਹੈ ਤਾਂ ਪ੍ਰੋਫਿਟ ਹੋਊਗਾ ਜਾਂ ਲਾਸ ਹੋਊਗਾ। ਅਗਰ ਇਹ ਤਿੰਨੋਂ ਚੀਜ਼ਾਂ ਦਿੱਤੀਆਂ ਵਾ ਤਾਂ ਮੈਂ ਸਿੱਧਾ सक्सैसिव वाले दे नाल भी लगा सकता वा इहदा आंसर परसेंटेज ही निकालनी है। ध्यान ना सुनो हूँ जो इहदा आंसर आता वो प्रॉफिट एंड लॉस होंदा वा एक मार्कअप है एक डिस्काउंट है सो प्रॉफिट वो कह रहा है 11% मार्कअप वो मैनू पूछ रहा वा कि कितना करिए। ठीक है सो हाउ मच परसेंटेज अबव द कॉस्ट प्राइस शुड ही मार्क सो मैं लिखता M डिस्काउंट हो रहा वा डिस्काउंट कितना 11% हो रहा वा इतने मल्टीप्लाई करना प्लस माइनस इज माइनस 11M/100 हूँ देखो ये -11 जो इंटीजर है इतने आगे की हो जाऊंगा 22 इतने की बचूंगा M -11/100M। तो याद रखियो जदों भी साडे को किसी एक दे विचों फ्रैक्शन माइनस करनी होवे तो सिर्फ फ्रैक्शन नूं देखो इतने लिख दो 100 जो नीचे लिखा है तेरा डिफरेंस कितना वा 89 है इतने लिख दो तो साडे को यह आंसर आऊँगा। ठीक है सो अगर मैं M की वैल्यू लिखाऊँ मार्कअप की तो मार्कअप की वैल्यू आ गई 2200/89। ठीक है सो एक बार असी की करते हैं कैलकुलेट करते हैं सारी कैलकुलेशन करने की लोड़ नहीं 89 क्योंकि सारे के अगे 2 लिखा हुआ तो ऑब्वियसली 2 ना करांगे 92 जा 180 होंदा वा 180 चों 2 घटा दो 178। ठीक है तो 200 चों 20 ज़्यादा वा 22 घट है इतने आ जाऊँगा 420 हूँ 90 के टेबल से देखा 90 के टेबल से 4 ना करांगे तो 36 तक पहुँचांगे 5 ना कर दूंगा तो 45 तक है सो 45 तक नहीं जाना 4 तक आऊँगा सो मेरा आंसर 24 वाला आऊँगा। आंसर की आऊँगा 24 वाला जो कि एक ही ऑप्शन है 24.72 बाकी सारे ऑप्शन 28 वाले हैं। ठीक है जी चलो नेक्स्ट क्वेश्चन देखते हैं। A man has invested 55,000 at rate of 12% per annum for 4 years. लास्ट वाले वीडियो च मेरे ख्याल 3 ईयर सीगा सो 2 ईयर सीगा शायद तो 12% पर एनम सिंपल इंटरेस्ट हर साल ब्याज सेम पैंदा 4 साल का कितना ब्याज होगा 12 × 4 = 48%। फाइंड द अमाउंट कितना मिलूंगा उन्होंने
55,000 इंटू 148%। ठीक है जी। सो ये 2 0 अगर मैं इतने कैंसिल करदा, सो मेरे को जी कैलकुलेशन आ गई है वो 55 वाली आई है, एक 0 पेंडिंग है। तो जो असी एक बार लाइन च लिखांगे नीचे भी वही लिख देंगे। 5 8 40, 4 कैरी, 5 20, 4 कैरी सीगा 4 आ गया, 2 कैरी हो गया, 5 1 5 7। सो मैं इतने भी यही लिख दूंगा 740 041 8140 वाला साडा ऑप्शन होगा। एक 0 असी छड़ के आए सीगे, ठीक है। 8140 ए वाला 0 पेंडिंग सीगा इत्थे। ठीक है जी, चलो। Gopal can do the piece of work in 7 hours. Akshay can do it in 7 hours, and with the assistant of the Atul, Gopal, Akshay, Atul. Again लास्ट वाले विच आया सी ए मैक्सिमम शिफ्ट दे विच क्वेश्चन आया वा 3 आवर्स। ठीक है। सो ਇਹਦਾ एलसीएम कितना होगा? 7 ਤੇ 3 ਦੀ ਵੈਲਿਊ ਕਿੰਨੀ ਹੁੰਦੀ ਹੈ? 21। 7 3 ਆ 3 ਆ, ਇੱਥੇ ਮੇਰੇ ਕੋਲ ਆਇਆ ਨਾ 7। ਸੋ ਗੋਪਾਲ ਦੀ ਐਫੀਸ਼ੀਐਂਸੀ ਕਿੰਨੀ ਹੈ? 3 ਦੀ। ਅਕਸ਼ੇ ਦੀ ਐਫੀਸ਼ੀਐਂਸੀ ਕਿੰਨੀ ਹੈ? 3 ਦੀ। ਸੋ ਤਿੰਨਾਂ ਦੀ ਮਿਲਾ ਕੇ ਕਿੰਨੀ ਹੈ? 7। 3 ਤੇ 3 6 ਦੀ ਐਫੀਸ਼ੀਐਂਸੀ ਤਾਂ ਇਹਨਾਂ ਦੀ ਹੈ। ਇਹਦਾ ਮਤਲਬ ਅਤੁਲ ਦੀ ਐਫੀਸ਼ੀਐਂਸੀ ਕਿੰਨੀ ਹੋਊਗੀ? 1। ਅਤੁਲ ਦੀ ਐਫੀਸ਼ੀਐਂਸੀ ਕਿੰਨੀ ਹੋਊਗੀ? 1। ਸੋ ਕਹਿ ਰਿਹਾ ਵਾ ਕਿ ਅਤੁਲ ਜਿਹਦੀ ਐਫੀਸ਼ੀਐਂਸੀ 1 ਦੀ ਹੈ ਉਹ 3 ਗੁਣਾ ਕੰਮ ਕਿੰਨੇ ਟਾਈਮ 'ਚ ਕਰੂੰਗਾ? ਸੋ 3 ਗੁਣਾ ਟਾਈਮ ਮੀਨਸ 21 ਟੋਟਲ ਕੰਮ ਹੈ, 3 ਗੁਣਾ ਕੰਮ ਰੋਜ਼ ਦੀ ਐਫੀਸ਼ੀਐਂਸੀ 1 ਹੈ। ਸੋ ਸਾਡਾ ਆਂਸਰ ਕਿੰਨਾ ਹੋ ਜਾਊਗਾ? 63 डेज। ठीक है जी, लगी गल समझ? चलो नैक्सट क्वेश्चन देखो। अगर है तुसी डिटेल समझना वा तो वीडियो 11 चल रही है, 10 दे विच मैं यही क्वेश्चन डिटेल समझाया वा। ठीक है, चलो लास्ट क्वेश्चन है इस सीरीज का, इस शिफ्ट का। सो 4 का स्केयर कितना होंदा? 16। अंडर रूट 1 1 ओदा स्केयर 1 ही होंदा। सो 16 + 1 इज 1। -6 रूट 49 की वैल्यू कितनी होंदी है? 7 -19 है वा। तो इत्थे की आ गया साढ़े को 42 -19, 16 दे कितना हो गया? 17। तो क्योंकि नंबर साढ़े माइनस वाले वड्डे, साढ़ा आंसर माइनस होगा। सारे ऑप्शन माइनस दे विच है। तो मैं अगर ध्यान नाल देखा तो असी की कर सकते हैं? 17 दे विचों 19 घटावांगे तो कितना आऊँगा? -2। साढ़ा आंसर हो गया -44। प्लस माइनस करने की जरूरत नहीं है। ठीक है जी। सो अगेन यदि जो PDF है वह टैलीग्राम पर शेयर कर दूंगा। सो टैलीग्राम का लिंक जो है वो तुहानूं मैं डिस्क्रिप्शन बॉक्स में पुट कर दूंगा। तो मेहनत करो, इस बार का कॉन्स्टेबल का पेपर जो है क्लीयर करो, फिजिकली जाओ तो कॉन्स्टेबल बन के आओ। ठीक है, ऑल द वेरी बेस्ट, थैंक यू।